आप देहो तुम कथा सुधारी। दोहरा शहर मानते लूट लयो, रहयो गड़ी एक मार। जिसै भांत सो जा पुट्यो, तिसको सुनो हवाल। वाहिगुरु जी का खालसा, वाहिगुरु जी की फतेह। गुर की साची निवाजी गुरु रूप गुरु खालसा संगत जी। आप जी वडभागे हो, सिद्धों की गोद प्राप्त हो रही है। गुरु सवारियों पासों आप जी ने रब्बी बाणी का कीर्तन सरन किया है। पंथ प्रकाश की कथा रतन सिंह जी भंगू उन्हों की कलम तो जो लिखी हुई है प्राचीन, वो आप जी गुर इतिहास खालसे का सरन करते आ रहे हो। आप जी ने पिछले अध्याय दे विच ये सरन किया सी, ਸਿੰਘਾਂ ने जिहड़ी है जैन खान नूं मार दिता, सरहंद के किले ढा दिते, पूरी लुट जिहड़ी है सरहंद की हुई है। उपरंत फतेहगढ़ साहिब जी का वो इतिहास जिस दे विच किस तरह पहली बार फतेहगढ़ साहिब जिहड़ा सी वजीर खान ने अपने हथी थड़ा बनाया, ते उपरंत 60-65 साल बाद जदों खालसे ने जैन खान नूं मारिया ते उत्थे गुरुद्वारा जिहड़ा सी तामीर करवा दिता गया। उहदे उपरंत पटियाले वाले राजे ने भी जिहड़ा गुरुद्वारा बनाया, उहदी फोटो भाई कान सिंह जी नाभा जी के महान कोश विच है। उपरंत धूरी वाले महापुरखा ने जो अज तुसीं उत्थे फतेहगढ़ साहिब जी का गुरुद्वारा देखते हो, वो बिल्डिंग जिहड़ी है, इमारत जिहड़ी है, उन्हां महापुरुषां दे हत्थी जिहड़ी सी तैयार हुई। उस समय जिहड़ा सी ये गुरुद्वारा इस तरह होंद दे विच आया, ते सिख संगतां जिहड़ियां ने अज उन्हां गुरधामां दे जिहड़े ने दर्शन दीदारे जिहड़ियां ने वो कर रहीआं ने। आओ अगे कथा भाई साहब जी किस तरह लिख रहे ने, वो सरवण करिए। देव असीस आखो सतनाम श्री वाहिगुरु। फिर करो कृपा आखो सतनाम। सतनाम श्री वाहिगुरु साहिब जी। दोहरा शहर मालता लूट लयो, रहयो गड़ी एक मार। ਸਿੰਘਾਂ ने जैन खान नूं मार दिता, गुरुद्वारा तामीर करा दिता, ते सारी सरहंद का जिहड़ा शहर सी वो लुट लिया। पर उत्थे एक गढ़ी सी, एक किला सी, वो एक किला रह गया सी। जिथे सारी सरहंद लुटी गई सी, पर उत्थे एक किला जिहड़ा सी वो बच गया सी जी। जिसै भांत सो जा पुट्यो, तिसको सुनो हवाल। सो गुरु की संगत जी उस समय की कथा सुनो, जिस समय ये जिहड़ी गढ़ी रह गई सी, ਉਹਨੂੰ ਜਿਹੜਾ ਸੀ ਸਿੰਘਾਂ ਨੇ ਤਹਿਸ਼ ਨਹਿਸ਼ ਕੀਤਾ ਹੈ। ਚੌਪਈ ਬਾਬਰ ਮਾਲ ਤੋਂ ਲੂਟ ਲਿਓ ਆਮ। ਉਸ ਗੜੀ ਦੇ ਵਿੱਚ ਸਰਹੰਦ ਦੇ ਵਿੱਚ ਲੋਕਾਂ ਨੇ ਜਿਹੜਾ ਸੀ ਨਾ ਆਮ ਜੋ ਉੱਥੇ ਧਨ ਸੀ ਉਹ ਸਾਰਾ ਜਿਹੜਾ ਸੀ ਲੁੱਟ ਲਿਆ ਸੀ। ਰਲਿਓ ਖਾਲਸਾ ਸੋ ਸਿੰਘ ਧਰ ਨਾਮ। ਤੇ ਕੁਝ ਲੁਟੇਰੇ ਜਿਹੜੇ ਸਨ ਗੁਰੂ ਕੀ ਸੰਗਤ ਜੀ, ਜਦੋਂ ਤੇ ਸਿੰਘ ਮੁਹਿੰਮਾਂ ਤੇ ਨਿਕਲਦੇ ਸਨ, ਸਿਰ ਦੇਣੇ ਪੈਂਦੇ ਸਨ, ਉਦੋਂ ਇਹ ਪਿੱਛੇ ਹੋ ਜਾਂਦੇ ਸਨ। ਤੇ ਜਦੋਂ ਕਿਤੇ ਸਿੰਘ ਕਿਸੇ ਮੈਦਾਨ ਨੂੰ ਫਤਿਹ ਕਰ ਲੈਂਦੇ ਸੀ, ਉਦੋਂ ਇਹ ਸਿੰਘਾਂ ਦੇ ਨਾਲ ਰਲ ਜਾਂਦੇ ਸੀ। ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਹੁਣ ਲੁਟੇਰਿਆਂ ਨੂੰ ਵੀ ਸਿੰਘਾਂ ਨੇ ਸਰਹੰਦ ਫਤਿਹ ਕਰ ਲਈ ਹੈ, ਉੱਥੇ ਲੁੱਟ ਪੈਂਦੀ ਪਈ ਹੈ, ਇਹਨਾਂ ਨੇ ਫਿਰ ਆਪਣੇ ਭੇਸ ਬਦਲੇ ਤੇ ਸਿੰਘਾਂ ਦੇ ਨਾਲ ਜਿਹੜੇ ਹੋ ਪੈਂਦੇ ਸਨ। ਇਹਦਾ ਸਿੰਘਾਂ ਨੂੰ ਤੇ ਕੋਈ ਘਾਟਾ ਨਹੀਂ ਸੀ। ਕਾਰਨ ਇਹ ਸੀ ਕਿ ਜਦੋਂ
ਜ਼ਾਲਮ ਚੜ੍ਹਦਾ ਸੀ ਸਿੰਘਾਂ ਦੇ ਉੱਪਰ, ਉਦੋਂ ਜਦੋਂ ਇਹ ਲੁਟੇਰੇ ਸਿੰਘਾਂ ਦਾ ਭੇਸ ਬਣਾ ਕਰਕੇ ਸਿੰਘਾਂ ਦੇ ਨਾਲ ਰਲ ਜਾਂਦੇ ਸੀ ਲੁੱਟਾਂ ਖੋਹਾਂ ਵਾਸਤੇ, ਤੇ ਅੱਗੋਂ ਕਾਫਰ ਨੂੰ, ਜ਼ਾਲਮ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸਿੰਘਾਂ ਦੀ ਫੌਜ ਦੀ ਗਿਣਤੀ ਜਿਹੜੀ ਹੈ ਉਹ ਵੱਧ ਗਈ ਹੈ। ਇਸ ਕਰਕੇ ਸਿੰਘ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਸੀ, ਲੁਟੇਰਿਆਂ ਨੂੰ ਆਪਣੇ ਨਾਲ ਰੱਖ ਲੈਂਦੇ ਸੀ ਕਿ ਚਲੋ ਫੌਜ ਦੀ ਗਿਣਤੀ ਜਿਹੜੀ ਹੈ ਉਹ ਵੱਧ ਲੱਗੇ। ਬਾਕੀ ਇਹਨਾਂ ਦਾ ਬਸ ਜਿਹੜਾ ਕੰਮ ਸੀ ਲੁਟੇਰਿਆਂ ਦਾ ਉਹ ਇਹੀ ਸੀ ਕਿ ਜਿੱਥੇ ਵੀ ਸਿੰਘਾਂ ਨੇ ਫਤਿਹ ਕੀਤੀ ਕੋਈ ਚੀਜ਼, ਉੱਥੋਂ ਆਪਣਾ ਲੁੱਟ ਦਾ ਮਾਲ ਜਿਹੜਾ ਸੀ ਇਹ ਵੀ ਲੁੱਟ ਲੈਂਦੇ ਹੁੰਦੇ ਸਨ। ਇਸ ਕਰਕੇ ਆਂਦੇ ਉੱਥੇ ਕੁਝ ਲੁਟੇਰੇ ਜਿਹੜੇ ਸਨ ਖਾਲਸੇ ਦੇ ਨਾਲ ਰਲ ਗਏ ਹਨ। ਤੇ ਲੋਕਾਂ ਨੇ ਨਾ ਉਸ ਗੜੀ ਦੇ ਵਿੱਚ ਕੀ ਕੀਤਾ, ਉੱਥੋਂ ਦੇ ਲੋਕਾਂ ਨੇ ਕਿ ਜਿਹੜਾ ਨਗਦ ਮਾਲ ਸੀ ਨਾ, ਧਨ ਸੀ, ਉਸ ਗੜੀ ਦੇ ਵਿੱਚ ਜਿਹੜਾ ਸੀ ਲੁਕਾ ਦਿੱਤਾ। ਨੀਹਨ ਮਹਿਲਨ ਹੇਤ ਕਢਵਾਏ। ਤੇ ਕਿੱਥੇ ਲੁਕਾਇਆ? ਆਂਦੇ ਪਹਿਲਾਂ ਡੂੰਘੀਆਂ ਨੀਹਾਂ ਪੁੱਟੀਆਂ, ਉਹਨਾਂ ਦੇ ਉੱਤੇ ਮਹਿਲ ਬਣਵਾਏ, ਭਾਵ ਘਰ ਬਣਾ ਲਏ, ਤੇ ਹੇਠ ਜਿਹੜੇ ਸਨ ਉਹਨਾਂ ਨੀਹਾਂ ਦੇ ਵਿੱਚ, ਨੀਹਾਂ ਭਰਨ ਤੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਆਪ ਜੀ ਨੂੰ ਇਸ ਪਾਵਨ ਪਵਿੱਤਰ ਨਗਰ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਕੁਝ ਹਵਾਲੇ ਪੁਰਾਣੇ ਬਜ਼ੁਰਗਾਂ ਕੋ ਐਸੋ ਮਿਲ ਜਾਵਣਗੇ, ਕਿਉਂਕਿ ਕਈ ਵਾਰ ਇਹ ਕਥਾ ਜਿਹੜੀ ਹੈ ਸੁਣਨ ਨੂੰ ਮਿਲਦੀ ਹੈ ਕਿ ਪੁਰਾਣੇ ਬਜ਼ੁਰਗਾਂ ਨੇ ਕੰਧਾਂ ਦੇ ਵਿੱਚ, ਛੱਤਾਂ ਦੇ ਵਿੱਚ ਆਦਿਕ ਧਨ ਜਿਹੜਾ ਸੀ ਰੱਖਿਆ ਹੁੰਦਾ ਸੀ। ਤੇ ਇੱਥੇ ਵੀ ਇੱਦਾਂ ਹੀ ਹੋਇਆ, ਜਦੋਂ ਲੁੱਟ ਹੋਈ ਤੇ ਉੱਥੋਂ ਦੇ ਲੁਟੇਰਿਆਂ ਨੇ ਵੀ ਲੁੱਟਿਆ, ਤੇ ਆਮ ਲੋਕਾਂ ਨੇ ਕੀ ਕੀਤਾ, ਆਮ ਲੋਕਾਂ ਨੇ ਆਪਣੇ ਉਹ ਲੁੱਟ ਦਾ ਮਾਲ ਜਦੋਂ ਘਰ ਬਣਾਉਣ ਲੱਗੇ ਤੇ ਉਹਨਾਂ ਨੂੰ ਡੂੰਘੀਆਂ ਡੂੰਘੀਆਂ ਨੀਹਾਂ ਬਣਾ ਕਰਕੇ ਨਾ ਉਹਨਾਂ ਦੇ ਵਿੱਚ ਲੁੱਟ ਦਾ ਮਾਲ ਰੱਖ ਦਿੱਤਾ। ਉਹਨਾਂ ਨੇ ਭਲਾ ਜਾਣ ਕਰਕੇ ਕਿ ਗਾਂ ਕਿਤੇ ਸਾਡੇ ਕੰਮ ਆਵੇਗਾ ਇਹ ਧਨ, ਤੇ ਡੂੰਘੀਆਂ ਨੀਹਾਂ ਪੁੱਟ ਕੇ ਉੱਥੇ ਉਹ ਧਨ ਦੱਬ ਦਿੱਤਾ ਜੀ। ਸਤਿਗੁਰ ਸ਼ਰਾਪ ਜਹ ਬਣਵਾਇਓ ਸਭ। ਬਸ ਇਹੀ ਸਵੱਬ ਜਿਹੜਾ ਸੀ ਨਾ ਬਣਨਾ ਸੀ, ਨੀਹਾਂ ਦੇ ਵਿੱਚ ਧਨ ਰੱਖਣਾ ਆਦਿਕ। ਕਾਰਨ ਕੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਨ ਹੋਇਆ ਸੀ ਕਿ ਸਰਹੰਦ ਦੀ ਇੱਟ ਦੇ ਨਾਲ ਖਾਲਸਾ ਇੱਟ ਖੜਕਾਏਗਾ। ਸਰਹੰਦ ਦੀਆਂ ਨੀਹਾਂ ਜਿਹੜੀਆਂ ਨੇ ਉਹ ਵੀ ਪੁੱਟੀਆਂ ਜਾਣਗੀਆਂ, ਇੱਥੇ ਇੱਕ ਇੱਟ ਵੀ ਜਿਹੜੀ ਹੈ ਉਹ ਨਹੀਂ ਬਚੇਗੀ। ਖਾਲਸਾ ਜੀ ਅੱਜ ਤੋਂ 30-35 ਸਾਲ ਪਿੱਛੇ ਚਲੇ ਜਾਈਏ ਨਾ, ਤੇ ਜੋ ਅੱਜ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਆਪ ਜੀ ਨੂੰ ਜਿਹੜੀ ਹੈ ਨਜ਼ਰ ਆਉਂਦੀ ਹੈ, ਤੇ ਉੱਥੇ ਹੁਣ ਤੇ ਚਲੋ ਚਹਿਲ ਪਹਿਲ ਹੈ, ਉੱਥੇ ਯੂਨੀਵਰਸਿਟੀਆਂ ਬਣ ਗਈਆਂ ਆਦਿਕ, ਲਾਗੇ ਲਾਗੇ ਘਰ ਬਣ ਗਏ ਹੋਰ। ਪਰ ਅੱਜ ਤੋਂ 30-35 ਸਾਲ ਪਹਿਲਾਂ ਜਦੋਂ ਕੋਈ ਠੰਡੇ ਬੁਰਜ ਦੇ ਉੱਤੇ ਚੜ੍ਹਦਾ ਸੀ ਨਾ, ਤੇ ਸਾਰਾ ਇਲਾਕਾ ਜਿਹੜਾ ਸੀ ਨਾ ਟਾਵਾਂ ਟਾਵਾਂ ਮਿਲਦਾ ਸੀ, ਖੇਤ ਹੀ ਖੇਤ ਮਿਲਦੇ ਸਨ ਉੱਧਰ। ਕਾਰਨ ਕੀ? ਬਾਬਾ ਜੀ ਦਾ ਬਚਨ ਸੀ ਕਿ ਸਰਹੰਦ ਜਿਹੜੀ ਹੈ ਉੱਜੜ ਜਾਵੇਗੀ। ਤੇ ਜੇ ਕਿਤੇ ਉਹਨਾਂ ਸਮਿਆਂ ਦੀ ਗੱਲ ਕਰੀਏ 300 ਸਾਲ ਪਹਿਲਾਂ ਦੀ, ਤੇ ਉਹਨਾਂ ਸਮਿਆਂ ਦੇ ਅੰਦਰ ਜਿੱਥੇ ਉਹ ਖੇਤ ਦੇਖਦੇ ਸੀ 30-35 ਸਾਲ ਪਹਿਲਾਂ, ਉੱਥੇ ਵੱਡੀਆਂ ਵੱਡੀਆਂ ਹਵੇਲੀਆਂ, ਵੱਡੇ ਵੱਡੇ ਮਹੱਲ ਸਨ ਉਸ ਧਰਤੀ ਦੇ ਉੱਤੇ। ਤੇ ਮਾਲਕ ਦੇ ਘਰ ਦੀ ਵੇਖੋ ਖੇਡ ਕੈਸੋ ਜੀ ਹੈ, ਜਿੱਥੇ ਬਾਲਾਂ ਨੂੰ ਜਿਹੜਾ ਸ਼ਹੀਦ ਕਰਾਇਆ ਗਿਆ, ਬਾਬੇ ਨੇ ਕਿਹਾ ਸੀ ਕਾਈ ਦਾ ਬੂਟਾ ਪੁੱਟ ਕੇ ਸਰਹੰਦ ਜਿਹੜੀ ਹੈ ਇਹ ਸਰਹੰਦ ਮਰੀ ਹੈ। ਇੱਥੇ ਜਿਹੜਾ ਹੈ ਹੁਣ ਨੀਹਾਂ ਵੀ ਜਿਹੜੀਆਂ ਹਨ ਉਹ ਵੀ ਨਹੀਂ ਰਹਿਣਗੀਆਂ। ਇਸ ਕਰਕੇ ਇਹ ਬਾਬੇ ਦਾ ਹੋਇਆ ਬਚਨ ਸੀ, ਜਿਸ ਕਰਕੇ ਹੁਣ ਇਹ ਸਵੱਬ ਬਣਨਾ ਹੈ ਜੀ। ਦਰਬ ਡੂੰਗੀ ਲਗ ਡੂੰਗੀ ਪਟਵਾਈ। ਤੇ ਦਰਬ ਉਹਨਾਂ ਵਿੱਚ ਜਿੱਥੇ ਰੱਖਿਆ ਗਿਆ, ਤੇ ਉੱਥੇ ਪਤਾ ਲੱਗਾ ਕਿ ਬੜੀਆਂ ਡੂੰਘੀਆਂ ਨੀਹਾਂ ਪਟਵਾ ਕਰਕੇ ਜਿਹੜੇ ਨੇ ਉੱਥੇ ਪੈਸੇ ਜਿਹੜੇ ਨੇ ਰੱਖੇ ਗਏ ਹਨ ਜੀ। ਸ਼ਹਿਰ ਸਭ ਗੁੱਡੋ ਖਟਾਈ। ਤੇ ਉਹਨਾਂ ਲੁਟੇਰਿਆਂ ਨੇ ਕੀ ਕੀਤਾ, ਸਾਰੇ ਸ਼ਹਿਰ ਦੀਆਂ ਜਿਹੜੀਆਂ ਨੇ ਨਾ ਨੀਹਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲਾਲਚ ਬੁਰੀ ਬਲਾ। ਹੁਣ ਪੈਸੇ ਦਾ ਪਤਾ ਲੱਗਾ ਵੀ ਪੈਸਾ ਹੈ, ਧਨ ਹੈ, ਆਦਿਕ ਬਹੁਤ ਕੁਝ ਹੈ ਇੱਥੇ। ਲੋਕਾਂ ਨੇ ਤੇ ਨੀਹਾਂ ਦੇ ਵਿੱਚ ਜਿਹੜਾ ਹੈ ਪੁੱਟ ਪੁੱਟ ਕੇ ਦੱਬਿਆ ਹੋਇਆ ਹੈ। ਤੇ ਉਹ ਇੱਦਾਂ ਨਹੀਂ, ਵੈਸੇ ਸਰਹੰਦ ਜਿਹੜੀ ਕੁਝ ਹੋਣਾ ਸੀ, ਪਰ ਬਾਬੇ ਦਾ ਬਚਨ ਸੀ ਕਿ ਨੀਹਾਂ ਵੀ ਪੁੱਟੀਆਂ ਜਾਣਗੀਆਂ। ਤੇ ਸਵੱਬ ਬਣਿਆ ਲੁਟੇਰੇ। ਲੁਟੇਰਿਆਂ ਨੇ ਇੱਕ ਇੱਕ ਹਵੇਲੀ, ਇੱਕ ਇੱਕ ਘਰ ਦੀ ਜਿਹੜੀ ਹੈ ਨਾ ਉਹ ਨੀਹਾਂ ਪੁੱਟ ਪੁੱਟ ਕੇ, ਭਾਵੇਂ ਉੱਥੋਂ ਪੈਸਾ ਲੱਭੇ ਭਾਵੇਂ ਨਾ ਲੱਭੇ,
ਜਦੋਂ ਸ਼ੱਕ ਪੈ ਗਿਆ ਨਾ ਲੋਭੀ ਬੰਦੇ ਨੂੰ ਕਿ ਇਹਦੇ ਕੋਲ ਧਨ ਹੈਗਾ, ਫਿਰ ਉਹ ਨਾ ਹੱਲਾਸ਼ੇਰੀ ਕਰਦਾ ਹੈ ਵੀ ਜਿੱਥੋਂ ਤੱਕ ਹੋ ਸਕੇ ਉੱਥੋਂ ਤੱਕ ਮੱਲ ਜਿਹੜੀ ਹੈ ਮਾਰ ਲਈਏ। ਇਹਨਾਂ ਨੇ ਸਰਹੰਦ ਦੀਆਂ ਗੁਰੂ ਖਾਲਸਾ ਜੀ ਉਦੋਂ ਨੀਹਾਂ ਦੀਆਂ ਇੱਟਾਂ ਵੀ ਪੁੱਟ ਕਰਕੇ ਜਿਹੜੀਆਂ ਸਨ ਉਹ ਵੀ ਦੇਖੀਆਂ ਹਨ। ਸਤਿਗੁਰ ਕਹੀ ਥੀ ਪ੍ਰਿਥਵੀ ਪਲਟਾਵਨ, ਕਿਉਂਕਿ ਗੁਰੂ ਜੀ ਨੇ ਕਿਹਾ ਸੀ ਕਿ ਮੈਂ ਜਿਹੜੀ ਹੈ ਪ੍ਰਿਥਵੀ ਜਿਹੜੀ ਹੈ ਪਲਟ ਦੇਵਾਂਗਾ। ਹੋਰ ਪ੍ਰਿਥਵੀ ਪਲਟਣ ਦਾ ਕੀ ਹੈ? ਇੱਦਾਂ ਹੀ ਕਿ ਹੁਣ ਜਿਹੜੇ ਪਹਿਲਾਂ ਘਰ ਬਣੇ ਸਨ ਉਹਨਾਂ ਦੀਆਂ ਨੀਹਾਂ ਤੱਕ ਪੁੱਟੀਆਂ ਗਈਆਂ, ਉੱਥੇ ਖੇਤ ਬਣ ਗਏ ਤੇ ਉਹਦੇ ਬਾਅਦ ਕਿਤੇ ਜਾ ਕੇ ਫਿਰ ਆਬਾਦੀ ਜਿਹੜੀ ਹੈ ਹੁਣ ਆਪ ਜੀ ਨੂੰ ਮਿਲਦੀ ਹੈ। ਇਹੀ ਬਚਨ ਸਨ ਕਿ ਪ੍ਰਿਥਵੀ ਜਿਹੜੀ ਹੈ ਮੈਂ ਪਲਟ ਦੇਵਾਂਗਾ। ਸਤਿਗੁਰ ਬਚਨ ਨ ਖਾਲੀ ਜਾਵਨ, ਇਹ ਗੁਰੂ ਦਾ ਹੋਇਆ ਬਚਨ ਸੀ ਜਿਹੜਾ ਖਾਲੀ ਨਹੀਂ ਸੀ ਜਾ ਸਕਦਾ। ਸਤਿਗੁਰ ਕਰੇ ਥੇ ਦਿੱਤੇ ਬਵਾਕ, ਗੁਰੂ ਜੀ ਨੇ ਬੀਰ ਰਸ ਦੇ ਵਿੱਚ ਆ ਕਰਕੇ ਬਚਨ ਕੇ ਸਨ। ਜਦੋਂ ਨੂਰੇ ਮਾਹੀ ਨੇ ਆ ਕੇ ਦੱਸਿਆ ਸੀ ਪਾਤਸ਼ਾਹ ਫਰਜ਼ੰਦ ਮਾਤਾ ਜੀ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਸਾੜਵੇ ਪਾਣੀ ਲਾਗ, ਕੱਲਾ ਨੀਹਾਂ ਤੱਕ ਨਹੀਂ ਰਹੇ ਇਹ ਲੁਟੇਰੇ। ਇਹਨਾਂ ਨੇ ਕੀ ਕੀਤਾ, ਜਿੱਥੋਂ ਤੱਕ ਧਰਤੀ ਦੇ ਵਿੱਚੋਂ ਪਾਣੀ ਨਾ ਨਿਕਲ ਆਇਆ ਉੱਥੋਂ ਤੱਕ ਇਹ ਜ਼ਮੀਨ ਜਿਹੜੀ ਸਨ ਪੁੱਟਦੇ ਰਹੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨੀਹਾਂ ਤੇ ਬੜੀ ਲਾਗੇ ਦੀ ਗੱਲ ਰਹਿ ਗਈ, ਇੰਨਾ ਕਿ ਪੁੱਟ ਛੱਡੀ ਧਰਤੀ ਇਹਨਾਂ ਨੇ ਸਰਹੰਦ ਦੀ ਲੁਟੇਰਿਆਂ ਨੇ ਕਿ ਉੱਥੋਂ ਪਾਣੀ ਵੀ ਆਂਦੇ ਜਦੋਂ ਧਰਤੀ ਚੋਂ ਬਾਹਰ ਆ ਗਿਆ ਨਾ ਉਦੋਂ ਇਹ ਹਾਰ ਥੱਕ ਗਏ। ਉਦੋਂ ਇਹਨਾਂ ਨੇ ਬਸ ਕੀਤੀ ਵੀ ਹੁਣ ਇੱਥੇ ਜਿਹੜਾ ਧਨ ਨਹੀਂ ਹੈ। ਸਤਿਗੁਰ ਬਚਨ ਸੋ ਤਿੱਖੀ ਤਲਵਾਰ, ਸੋ ਗੁਰੂ ਕੀ ਸੰਗਤ ਜੀ ਸਤਿਗੁਰੂ ਦੇ ਕਹੇ ਹੋਏ ਬਚਨ ਇੱਕ ਤਲਵਾਰ ਰੂਪ ਹਨ ਜੋ ਜ਼ਾਲਮ ਦਾ ਨਾਸ਼ ਕਰਦੀ ਹੈ। ਗੁਰੂ ਨੇ ਕਿਹਾ ਸੀ ਸਰਹੰਦ ਜਿਹੜੀ ਹੈ ਨਹੀਂ ਬਚੇਗੀ। ਬਹਿਨ ਹੈ ਛੋੜੈ ਜੋ ਲੁਕੈ ਗਤਾਲ, ਤੇ ਭਾਵੇਂ ਕੋਈ ਪਤਾਲ ਦੇ ਵਿੱਚ ਲੁਕ ਜਾਵੇ ਗੁਰੂ ਦਾ ਕਿਹਾ ਹੋਇਆ ਬਚਨ ਜਿਹੜਾ ਹੈ ਉਹਨੂੰ ਫਿਰ ਛੱਡਦਾ ਨਹੀਂ ਹੈ। ਭਾਰਤੀ ਜੀ ਭਇਓ ਸ਼ਹਿਰ ਲੁਟਾਈ, ਇਹ ਸਰਹੰਦ ਹੁਣ ਜਿਹੜੀ ਹੈ ਸਿੰਘਾਂ ਨੇ ਤੀਜੀ ਵਾਰ ਲੁੱਟੀ ਹੈ। ਪਹਿਲੀ ਵਾਰ ਬਾਬੇ ਬਾਬਾ ਬੰਦਾ ਬਹਾਦਰ ਸਾਹਿਬ ਜੀ ਨੇ ਲੁੱਟੀ ਹੈ। ਦੂਜੀ ਵਾਰ 1757 ਦੇ ਵਿੱਚ ਸਮੁੰਦ ਖਾਨ ਜਦੋਂ ਮਾਰਿਆ ਗਿਆ ਉਦੋਂ, ਤੇ ਹੁਣ 1763 ਦੇ ਵਿੱਚ ਜਦੋਂ ਜੈਨ ਖਾਨ ਮਾਰਿਆ ਹੈ ਸਿੰਘਾਂ ਨੇ ਉਦੋਂ ਲੁੱਟੀ ਹੈ ਜੀ। ਸਰਦਾਰਨ ਹੱਥ ਬੜ ਦੌਲਤ ਆਈ, ਤੇ ਖਾਲਸੇ ਦੇ ਹੱਥ ਬੜੀ ਇੱਥੋਂ ਜਿਹੜੀ ਹੈ ਦੌਲਤ ਆਈ ਹੈ ਜੀ। ਦੋਰਾ ਰਾਏ ਸਿੰਘ ਖੱਤਰੀ ਹੁਤੋ ਮੁਲਕ ਉਗਰਾਹਨਦਾਰ, ਉਸ ਸਮੇਂ ਸਰਹੰਦ ਦੇ ਵਿੱਚ ਇੱਕ ਰਾਏ ਸਿੰਘ ਖੱਤਰੀ ਸਿੰਘ ਹੋਇਆ ਹੈ। ਇਹ ਜੈਨ ਖਾਨ ਦਾ ਜਿਹੜਾ ਸੀ ਨਾ ਗਵਰਨਰ ਇਹਨੇ ਥਾਪਿਆ ਸੀ ਜੈਨ ਖਾਨ ਨੇ, ਤੇ ਇਹ ਉਦੋਂ ਮਾਮਲਾ ਜਿਹੜਾ ਸੀ ਗਰਾਇਆ ਕਰਦਾ ਸੀ। ਜੱਟ ਪੁਰੈ ਕੇ ਉਹਨੇ ਡਿਗੈ ਇੱਕ ਲੀਨੀ ਗੜੀ ਸਵਾਰ, ਹੁਣ ਉਸ ਕਿਲੇ ਬਾਰੇ ਸੁਣੋ ਜਿਹਦਾ ਪ੍ਰਸੰਗ ਸ਼ੁਰੂ ਹੋਇਆ ਸੀ। ਇੱਥੇ ਇੱਕ ਜੱਟਪੁਰਾ ਇਲਾਕਾ ਹੈ, ਇੱਕ ਪਿੰਡ ਹੈ ਜੱਟਪੁਰਾ, ਉੱਥੇ ਉਹਨੇ ਇੱਕ ਨਾ ਗੜੀ ਜਿਹੜੀ ਸੀ ਕਿਲਾ ਜਿਹੜਾ ਸੀ ਬਣਵਾਇਆ ਸੀ। ਚੌਪਈ ਵੱਡਾ ਲੋਕ ਲੈ ਵੱਡ ਮਾਲ, ਤੇ ਜਿਹੜੇ ਲੋਕੀ ਉਦੋਂ ਸਰਹੰਦ ਦੇ ਵਿੱਚ ਲੁੱਟ ਪਈ ਤੇ ਡਰਦੇ ਹੋਏ ਲੋਕ ਇਸ ਕਿਲੇ ਦੀ ਸ਼ਰਨ ਦੇ ਵਿੱਚ ਚਲੇ ਗਏ। ਇਸ ਕਰਕੇ ਜੋ ਵੀ ਲੋਕਾਂ ਕੋ ਆਪਣਾ ਸਮਿਆਨਾ ਸੀ ਧਨ ਦੌਲਤ ਸੀ ਆਦਿਕ ਉਹ ਗੜੀ ਦੇ ਵਿੱਚ ਲੈ ਕੇ ਜਿਹੜੇ ਸਨ ਆਕੀ ਹੋ ਕੇ ਬਹਿ ਗਏ। ਉਸ ਕੋ ਸੁਣਿਓ ਸਰਦਾਰਨ ਹਵਾਲ, ਤੇ ਜਦੋਂ ਇਸ ਗੱਲ ਦਾ ਸਿੰਘਾਂ ਸਰਦਾਰਾਂ ਨੂੰ ਮਿਸਲਾਂ ਨੂੰ ਪਤਾ ਲੱਗਾ ਕਿ ਸਰਹੰਦ ਤਾਂ ਸਾਰੀ ਲੁੱਟ ਲਈ ਹੈ ਪਰ ਇੱਕ ਗੜੀ ਜਿਹੜੀ ਹੈ ਉਹ ਰਹਿ ਗਈ ਹੈ ਜੀ। ਵੱਡੋ ਕਿਲੋ ਗਏ ਲੁੱਟਿਓ ਸਾਰੋ, ਆਂਦੇ ਵੱਡੇ ਕਿਲੇ ਸਾਰੇ ਫਤਿਹ ਕਰ ਲਏ ਨੇ ਪਰ ਇਹ ਗੜੀ ਸਾਡੇ ਕੋਲੋਂ ਬਚੀ ਰਹਿ ਗਈ। ਅਬੇ ਸਰਦਾਰਨ ਜੋ ਜੀ ਧਾਰੋ, ਉਦੋਂ ਸਰਦਾਰਾਂ ਨੇ ਮਿਲ ਕਰਕੇ ਮਿਸਲਾਂ ਸਾਰਿਆਂ ਨੇ ਜੀ ਸਲਾਹ ਕੀਤੀ ਹੈ ਜੀ। ਦੋਹਰਾ ਸਰਦਾਰਨ ਮਾਲ ਤਕਾਏ ਤੈ ਗੜੀ ਲਈ ਅਟਕਾਏ, ਉਦੋਂ ਕੀ ਹੋਇਆ ਕਿ ਸਿੰਘਾਂ ਸਰਦਾਰਾਂ ਨੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਚੜ੍ਹ ਸਿੰਘ ਜੀ, ਬਾਬਾ ਕਰਮ ਸਿੰਘ ਜੀ ਨਕਈ, ਸਰਦਾਰ ਜੱਸਾ ਸਿੰਘ ਜੀ ਨਾਰੋਕੇ ਵਾਲੇ ਆਦਿਕ, ਜੈ ਸਿੰਘ ਜੀ ਕਨ੍ਹਈਆ, ਹਰੀ ਸਿੰਘ ਜੀ ਭੰਗੀ, ਇਹ ਜਿੰਨੀਆਂ ਮਿਸਲਾਂ ਦੇ ਸਰਦਾਰ ਸਨ ਇਹਨਾਂ ਨੇ ਕੀ ਕੀਤਾ, ਉਹ ਫਿਰ ਗਲੀ ਵਾਹਿਗੁਰੂ ਜਿਹੜਾ ਕਿਲਾ ਹੈ ਗੜੀ ਜਿਹੜੀ ਹੈ ਨਾ ਉਹਨੂੰ ਅਟਕਾ ਲਿਆ, ਭਾਵ ਆਪਣੇ ਅਧੀਨ ਕਰ ਲਿਆ ਹੈ ਜੀ। ਇਸਕੀ ਜਬਤੀ ਹਮ ਕਰੈ ਪਾਚਾ ਲਿਹੋ ਬਟਾਏ, ਉਹਨਾਂ ਨੇ ਇਹ ਵੀ ਬਚਨ ਕਹੇ ਉਦੋਂ ਕਿ ਸਰਦਾਰੋ
ਪਹਿਲਾਂ ਇਸ ਗੜੀ ਨੂੰ ਜਿਹੜਾ ਹੈ ਲੁੱਟਿਆ ਜਾਵੇ, ਆਪਣੇ ਅਧੀਨ ਕਰ ਲਿਆ ਜਾਵੇ, ਤੇ ਫਿਰ ਜੋ ਇਹਦੇ ਵਿੱਚੋਂ ਧਨ ਮਿਲੇਗਾ, ਸਮਿਆਨਾ ਮਿਲੇਗਾ, ਉਹ ਅਸੀਂ ਆਪਸ ਦੇ ਵਿੱਚ ਅੱਧਾ ਅੱਧਾ ਬਰਾਬਰ ਹਿੱਸਿਆਂ 'ਚ ਵੰਡ ਲਵਾਂਗੇ। ਬੁੱਢੋ ਸਿੰਘ ਭਾਈ ਹੁਤੋ ਝੰਬੋ ਵਾਲੋ ਜੋਏ। ਤੇ ਇਸ ਹੀ ਸਰਦਾਰਾਂ ਦੇ ਵਿੱਚ ਇੱਕ ਭਾਈ ਕੇ ਵੱਲ ਦਾ ਬੁੱਢਾ ਸਿੰਘ ਹੋਇਆ ਹੈ, ਝੰਬੋਵਾਲ ਦਾ। ਇਹ ਭਾਈ ਭਗਤੋ ਦੀ, ਵਾਹਿਗੁਰੂ ਭਾਈ ਭਗਤੂ ਦੀ ਵੰਸ਼ ਦੇ ਵਿੱਚੋਂ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਤੇ ਇਹਨਾਂ ਦੇ ਨਾਲ ਜਿਹੜਾ ਸੀ ਨਾ ਆਪਣੇ ਬਾਬਾ ਫਤਿਹ ਸਿੰਘ ਜੀ, ਉਹਨੂੰ ਸਰਹੰਦ ਦਾ ਜਿਹੜਾ ਸੀ ਨਾ ਗਵਰਨਰ ਬਣਾ ਦਿੱਤਾ ਸੀ, ਭਾਵ ਸੂਬੇਦਾਰ ਬਣਾ ਦਿੱਤਾ ਸੀ। ਬਾਬੇ ਬੰਦੇ ਬਹਾਦਰ ਨੇ ਉੱਥੋਂ ਦੀ ਸੂਬੇਦਾਰੀ ਦੇ ਦਿੱਤੀ। ਤੇ ਹੁਣ ਇਸ ਫਤਿਹ ਸਿੰਘ ਦੀ ਅੱਗੇ ਵੰਸ਼ ਦੇ ਵਿੱਚ ਆਲੀ ਸਿੰਘ, ਮਾਲੀ ਸਿੰਘ, ਜਾਬਾਜ ਸਿੰਘ ਆਦਿਕ, ਇਹ ਸਾਰਾ ਭਾਈਏਕਾ ਜਿਹੜਾ ਸੀ ਨਾ ਉਹ ਪਰਿਵਾਰ ਵੱਜਿਆ ਸੀ। ਤੇ ਇਹ ਮਲਵਈ ਸਿੰਘ ਸੰਸਾਣੇ, ਉਹਨਾਂ ਦੇ ਵਿੱਚੋਂ ਇਹ ਬਾਬਾ ਬੁੱਢਾ ਸਿੰਘ ਭਾਈ ਕਾ ਹੋਇਆ ਹੈ ਜੀ। ਫਤਿਹ ਸਿੰਘ ਕੋ ਪੁੱਤਰ ਨਵਾਬ ਬੰਦਾ ਕਿਉ ਥੋਏ। ਹਾਂਜੀ, ਜਿਹਨੂੰ ਨਵਾਬੀ ਦਿੱਤੀ ਸੀ ਬਾਬੇ ਬੰਦੇ ਸਿੰਘ ਬਹਾਦਰ ਨੇ ਫਤਿਹ ਸਿੰਘ ਨੂੰ ਸਰਹੰਦ ਫਤਿਹ ਕਰਨ ਤੋਂ ਬਾਅਦ ਸੂਬੇਦਾਰੀ ਜਦੋਂ ਦੇ ਦਿੱਤੀ, ਤੇ ਇਹ ਉਹਦਾ ਜਿਹੜਾ ਸੀ ਬੁੱਢਾ ਸਿੰਘ ਫਤਿਹ ਸਿੰਘ ਦਾ ਪੋਤਰਾ ਸੀ ਜੀ। ਚੌਪਈ ਹੁਕਮ ਮਲਵਈਨ ਮੈਂ ਹੁਸ਼ਿਆਰ। ਇਹ ਸਾਰੇ ਮਲਵਈਆਂ ਦੇ ਵਿੱਚੋਂ ਬੜਾ ਚਤੁਰ ਬੁੱਧੀ ਦਾ ਮਾਲਕ ਸੀ ਜੀ। ਲਿਓ ਕਿਲਾ ਉਹਨੇ ਟੱਕਿਆ ਚੁਕਾਰ। ਜਦੋਂ ਸਿੰਘਾਂ ਨੂੰ ਇਹ ਗੜੀ ਦਾ ਪਤਾ ਲੱਗਾ ਤੇ ਇਹਨੇ ਨਾ ਆਪਣੀ ਚਤੁਰ ਬੁੱਧੀ ਦੇ ਨਾਲ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੂੰ ਇਹ ਬਚਨ ਕੇ ਕਹਿਣ ਲੱਗੇ, ਜਥੇਦਾਰੋ ਤੁਸੀਂ ਇਸ ਗੜੀ ਦਾ ਜਿਹੜਾ ਹੈ ਨਾ ਮੁੱਲ ਪਾ ਲਓ, ਤੇ ਮੈਂ ਇਸ ਗੜੀ ਦਾ ਮੁੱਲ ਜਿਹੜਾ ਹੈ ਤੁਹਾਨੂੰ ਤਾਰ ਦਿੰਦਾ। ਤੇ ਇਸ ਕਰਕੇ ਇਹਨੇ ਆਪਣੀ ਬੁੱਧੀ ਉੱਥੇ ਇਸ ਪ੍ਰਕਾਰ ਵਰਤੀ ਕਿ ਇਹ ਗੜੀ ਜਿਹੜੀ ਹੈ ਮੇਰੇ ਅਧੀਨ ਹੋ ਜਾਵੇ। ਕਾਰਨ ਵਿੱਚ ਇਹ ਸੀ ਕਿ ਇਹਨੂੰ ਪਤਾ ਸੀ ਕਿ ਇੱਥੇ ਜਿਹੜਾ ਧਨ ਮਾਲ ਜਿਹੜਾ ਹੈ ਬੜਾ ਪਿਆ ਹੋਇਆ ਹੈ। ਇਸ ਕਰਕੇ ਇਹਨੇ ਸਿੰਘਾਂ ਅੱਗੇ ਜਦੋਂ ਬੇਨਤੀ ਕੀਤੀ ਕਿ ਇਹ ਗੜੀ ਜਿਹੜੀ ਹੈ ਮੈਨੂੰ ਦੇ ਦਿਓ, ਮੈਂ ਇਹਦਾ ਜਿਹੜਾ ਹੈ ਮਾਮਲਾ ਜਿਹੜਾ ਹੈ ਇਹਦਾ ਖਰਚ ਜਿਹੜਾ ਹੈ ਚੁਕਾ ਦੇਵਾਂਗਾ। 80,000 ਕਰਿਓ ਸਭਨ ਸੁਨਾਏ। ਉਦੋਂ ਸਿੰਘਾਂ ਸਰਦਾਰਾਂ ਨੇ ਇਸ ਗੜੀ ਦਾ ਮੁੱਲ ਜਿਹੜਾ 80,000 ਪਾਇਆ ਹੈ ਜੀ। 25,000 ਕਿਉ ਗੁਪਤ ਨਜ਼ਰਾਏ। ਤੇ ਨਜ਼ਰਾਨੇ ਦੇ ਤੌਰ ਤੇ 25,000 ਰੁਪਇਆ ਇਸ ਭਾਈ ਬੁੱਢਾ ਸਿੰਘ ਨੇ ਜਿਹੜਾ ਸੀ ਸਿੰਘਾਂ ਨੂੰ ਦੇਣਾ ਮੰਨਣਾ ਕੀਤਾ ਹੈ ਜੀ। ਦੋਹਰਾ ਬੁੱਢਾ ਸਿੰਘ ਸੋਈ ਜਪਤਿਓ ਕਰ ਕਰ ਬਹੁਤ ਕਲੇਸ਼। 1,05,000 ਰੁਪਇਆ ਗੜੀ ਦਾ ਇਹਨੇ ਦੇਣਾ ਜਿਹੜਾ ਸੀ ਸਿੰਘਾਂ ਨੂੰ ਕਰ ਲਿਆ। ਤੇ ਉਹਦੇ ਉਪਰੰਤ ਗੜੀ ਦੇ ਉੱਤੇ ਇਹਦਾ ਆਪਣਾ ਕਬਜ਼ਾ ਹੋ ਗਿਆ। ਜਦੋਂ ਹੁਣ ਕਬਜ਼ਾ ਹੋ ਗਿਆ ਤੇ ਉੱਥੇ ਇਹਨੇ ਆਪਣੀਆਂ ਮਨਮਾਨੀਆਂ ਜਿਹੜੀਆਂ ਨੇ ਜੱਦੋ ਜਹਿਦ ਜਿਹੜੀ ਹੈ ਸ਼ੁਰੂ ਕਰ ਦਿੱਤੀ। ਕਾਡੀ ਨਾਰ ਨਗਾਇਨ ਉਹਨੇ ਕਿਛ ਬਨ ਕਿਉ ਅੰਦੇਸ਼। ਇਹਦੀਆਂ ਵਧੀਕੀਆਂ ਗੁਰੂ ਕੀ ਸੰਗਤ ਜੀ ਉਸ ਹਵੇਲੀ ਦੇ ਅੰਦਰ, ਉਸ ਗੜੀ ਦੇ ਅੰਦਰ, ਉਸ ਕਿਲੇ ਦੇ ਅੰਦਰ ਇੰਨੀਆਂ ਕਿ ਵੱਧ ਗਈਆਂ ਕਿ ਜਿਹੜੇ ਲੋਕ ਉੱਥੇ ਸ਼ਰਨ ਲੈ ਕੇ ਬੈਠੇ ਹੋਏ ਸਨ, ਇਹਨੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਧੱਕੇ ਮਾਰ ਮਾਰ ਬਾਹਰ ਕੱਢਦਾ ਹੈ। ਇੱਥੋਂ ਤੱਕ ਜਿਹੜੀਆਂ ਉੱਥੇ ਧੀਆਂ ਭੈਣਾਂ ਆਦਿਕ ਸਨ, ਉਹਨਾਂ ਦੇ ਗਹਿਣੇ ਗੱਟੇ ਵੀ ਇਹਨੇ ਖੋਹ ਲਏ। ਤੇ ਉਹਨਾਂ ਦੇ ਜੇ ਕੋਈ ਕੀਮਤੀ ਵਸਤਰ ਸਨ ਉਹ ਵੀ ਇਹਨੇ ਜਿਹੜੇ ਆਪਣੇ ਕੋਲੋਂ ਉਹਨਾਂ ਕੋਲੋਂ ਖੋਹ ਕੇ ਆਪਣੇ ਕੋਲ ਰੱਖ ਲਏ। ਤੇ ਇਹਨਾਂ ਸਾਰਿਆਂ ਲੋਕਾਂ ਨੂੰ ਉਸ ਗੜੀ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ। ਚੌਪਈ ਤਹਾਂ ਸ਼ਰਾਬਟ ਨਾਰਨ ਦਇਓ। ਤੇ ਉਸ ਸਮੇਂ ਉਹਨਾਂ ਬੀਬੀਆਂ ਨੇ, ਭੈਣਾਂ ਨੇ, ਵਿਲਕਦੀਆਂ ਨੇ ਇਹਨਾਂ ਨੂੰ ਕਿਹਾ ਸੀ ਕਿ ਬੁੱਢਾ ਸਿੰਘ ਇਹ ਸਾਡੇ ਪੈਸੇ ਨੇ, ਇਹ ਸਾਡਾ ਜਿਹੜਾ ਹੈ ਮਾਲ ਧਨ ਹੈ, ਤੂੰ ਸਾਡੇ ਨਾਲ ਧੱਕਾ ਨਾ ਕਰ। ਜਦੋਂ ਇਹਨੇ ਨਾ ਸੁਣੀ ਤੇ ਉਦੋਂ ਉਹਨਾਂ ਨੇ ਵੇਖੋ, ਜਦੋਂ ਕਿਤੇ ਗਰੀਬ ਦੇ ਉੱਪਰ ਕੋਈ ਧੱਕਾ ਕਰਦਾ ਹੈ, ਬਾਣੀ ਕਹਿੰਦੀ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮਸਾ ਅਗਨ ਮਹਿ ਸਾੜੀ, ਪੂਰਾ ਨਿਆਉ ਕਰੈ ਕਰਤਾਰ। ਫਿਰ ਅਕਾਲ ਪੁਰਖ ਜਿਹੜਾ ਹੈ ਪੂਰਾ ਨਿਆਉ ਕਰਦਾ ਹੈ। ਗਰੀਬਾਂ ਦੇ ਉੱਤੇ ਜਿਹੜਾ ਹੈ ਨਾ ਉਹ ਧੱਕਾ ਨਹੀਂ ਕਰਨਾ ਚਾਹੀਦਾ, ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ। ਇਹਨੇ ਉਹਨਾਂ ਬੀਬੀਆਂ ਦੇ ਉੱਤੇ ਧੱਕਾ ਕੀਤਾ, ਉਹਨਾਂ ਦੇ ਗਹਿਣੇ ਖੋਹ ਲਏ, ਉਹਨਾਂ ਦੇ ਕੀਮਤੀ ਵਸਤਰ ਖੋਹ ਲਏ ਤੇ ਇਹਨਾਂ ਨੂੰ ਕਿਲੇ ਚੋਂ ਬਾਹਰ ਕੱਢ ਦਿੱਤਾ। ਹੁਣ ਜਾਂਦੀਆਂ ਜਾਂਦੀਆਂ ਨੇ ਇਹਨੂੰ ਦੁਆਵਾਂ ਥੋੜ੍ਹਾ ਦੇਣੀਆਂ ਸੀ, ਜਾਂਦੀਆਂ ਜਾਂਦੀਆਂ ਨੇ ਇਹਨੂੰ ਬੜੀਆਂ ਵੱਧ ਦੁਆਵਾਂ ਦਿੱਤੀਆਂ ਕਿ ਬੁੱਢਾ ਸਿੰਘ ਤੈਨੂੰ ਇਹਦਾ ਜਿਹੜਾ ਹੈ ਨਾ ਹਰਜਾਨਾ ਇੱਕ ਦਿਨ
ਭੁਗਤਣਾ ਪਵੇਗਾ। ਸੋ ਬੁੱਢਾ ਸਿੰਘ ਉੱਪਰ ਪਇਓ। ਤੇ ਬਸ ਉਹ ਕਹੇ ਹੋਏ ਬਚਨ ਗਰੀਬ ਦੀ ਦਵਾ ਵੀ ਲੱਗਦੀ ਹੈ ਤੇ ਗਰੀਬ ਦੀ ਹਾ ਵੀ ਲੱਗਦੀ ਹੈ। ਜੇ ਕਿਤੇ ਗਰੀਬ ਦਾ ਭਲਾ ਕਰ ਦਵੋ ਤੇ ਉਹਦੀਆਂ ਦੁਆਵਾਂ ਦੇ ਨਾਲ ਜਿਹੜਾ ਹੈ ਹੋਰ ਪ੍ਰਫੁੱਲਤ ਹੋ ਜਾਂਦੇ ਹਨ ਜੀਵਨ। ਤੇ ਜੇ ਕਿਤੇ ਗਰੀਬ ਦੇ ਨਾਲ ਧੱਕਾ ਕੀਤਾ, ਉਹਦੇ ਨਾਲ ਜਾਣ ਬੁੱਝ ਕੇ ਵਧੀਕੀ ਕੀਤੀ, ਤੇ ਫਿਰ ਉਹੀ ਜ਼ਬਾਨ ਦੇ ਵਿੱਚੋਂ ਕਹੇ ਹੋਏ ਬਚਨ ਉਹਦਾ ਜਿਹੜਾ ਹੈ ਸਰਵਨਾਸ਼ ਕਰ ਦਿੰਦੇ ਹਨ ਬੰਦੇ ਦਾ। ਹੁਣ ਉਹੀ ਬਚਨ ਜਿਹੜੇ ਨੇ ਜਦੋਂ ਬੀਬੀਆਂ ਨੇ ਕਿ ਤੈਨੂੰ ਇਹਦਾ ਹਰਜਾਨਾ ਭੁਗਤਣਾ ਪਵੇਗਾ, ਤੂੰ ਉੱਜੜ ਜਾਵੇਂਗਾ, ਆਂਦੇ ਉਹੀ ਬੀਬੀਆਂ ਦੇ ਕਹੇ ਹੋਏ ਬਚਨ ਜਿਹੜੇ ਸਨ ਹੁਣ ਸਾਹਮਣੇ ਆ ਟੁਕੇ ਹਨ। ਧਰਮ ਕੋਇਓ ਰਹਿਓ ਨਾ ਧਨ। ਕੀ ਹੋਇਆ? ਨਾ ਧਰਮ ਰਿਹਾ ਤੇ ਨਾ ਧਨ ਰਿਹਾ। ਕਾਰਨ ਕੀ ਬਣਿਆ? ਸਿੱਖ ਮਿਸਲਾਂ ਨੇ ਤੇ ਇਹਨੂੰ ਜਿਹੜਾ ਸੀ 1,25,000 ਦੇ ਵਿੱਚ ਇਹ ਗੜੀ ਦੇ ਦਿੱਤੀ ਵੀ ਲੈ ਕੋਈ ਗੱਲ ਨਹੀਂ, ਤੂੰ ਵੀ ਆਪਣੇ ਸਿੰਘਾਂ ਦੇ ਵਿੱਚੋਂ ਹੈ ਸਾਂਭ ਲੈ, ਇੱਥੇ ਰੱਖ ਰਖਾਓ ਕਰ। ਦੂਜੇ ਪਾਸੇ ਜਦੋਂ ਸਿੰਘਾਂ ਨੂੰ ਇਹ ਪਤਾ ਲੱਗਾ ਇਹ ਵਧੀਕੀਆਂ ਕਰਦਾ ਹੈ, ਧਨ ਦੌਲਤ ਦੇ ਪਿੱਛੇ ਇਹਨੇ ਧੀਆਂ ਭੈਣਾਂ ਦੀ ਵੀ ਜਿਹੜੀ ਹੈ ਉਹ ਬੇਇੱਜ਼ਤੀ ਕੀਤੀ ਹੈ। ਆਪਾਂ ਪੜ੍ਹਦੇ ਹਾਂ ਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਪਰਤਰੈ ਰੂਪ ਨਾ ਪੇਖੈ ਨੇਤਰ ਸੁਖਮਨੀ ਸਾਹਿਬ ਜੀ ਦੇ ਅੰਦਰ। ਪਰ ਇਹਨੇ ਬਹੁਤ ਵਧੀਕੀਆਂ ਕੀਤੀਆਂ ਨਾ। ਜਦੋਂ ਇਸ ਗੱਲ ਦਾ ਪਤਾ ਸਿੰਘਾਂ ਨੂੰ ਲੱਗਾ ਤੇ ਹੁਣ ਸਿੰਘਾਂ ਨੇ ਫਿਰ ਸੌਦਾ ਤੇ ਲਾਉਣਾ ਸੀ। ਉਸ ਕਰਕੇ ਇੱਥੇ ਇਹ ਬਚਨ ਆਏ ਨੇ, ਧਰਮ ਖੋਇਓ ਉਹ ਰਹਿਓ ਨਾ ਧਨ। ਇਹਦਾ ਹੁਣ ਧਰਮ ਵੀ ਜਾਂਦਾ ਰਿਹਾ ਕਿਉਂਕਿ ਸਿੰਘਾਂ ਦੇ ਵਿੱਚ ਬੇਇੱਜ਼ਤੀ ਹੋ ਗਈ, ਪੰਥ ਦੇ ਵਿੱਚ ਇਹਦੀ ਜਿਹੜੀ ਹੈ ਇਹ ਕੀਤਾ ਹੋਇਆ ਪਾਪ ਉਜਾਗਰ ਹੋ ਗਿਆ ਸੀ। ਤੇ ਇਹਨੇ ਉੱਥੇ ਇਦਾਂ ਕੀਤਾ ਗੜੀ ਦੇ ਵਿੱਚ। ਉਸ ਦਿਨ ਤੇ ਉਸ ਆਇਓ ਘਟਨ। ਉਸ ਦਿਨ ਤੋਂ ਬਾਅਦ ਜਿਹਦੀ ਇਹਦੇ ਰਾਬਤਾ ਕਾਇਮ ਸੀ ਸੰਗਤ ਦੇ ਵਿੱਚ ਕਿ ਇਹ ਬੜਾ ਭਾਈ ਕੇ ਵਾਲਿਆਂ ਦਾ ਹੈ, ਇਹ ਬਾਬੇ ਬੰਦੇ ਬਹਾਦਰ ਨੇ, ਇਹਨਾਂ ਦੀ ਵੰਸ਼ ਨੂੰ ਜਿਹੜਾ ਸੀ ਉਹ ਗਵਰਨਰੀ ਬਖਸ਼ੀ ਸੀ, ਸੂਬੇਦਾਰੀ ਬਖਸ਼ੀ ਸੀ ਬਾਬਾ ਫਤਿਹ ਸਿੰਘ ਜੀ ਹੁਣਾਂ ਨੂੰ। ਪਰ ਇਹਨੇ ਸਾਰਾ ਉਸ ਗੱਲਬਾਤ ਦੇ ਉੱਤੇ ਜਿਹੜਾ ਸੀ ਜੋ ਵਡਿਆਈ ਗੁਰੂ ਦੇ ਘਰ ਚੋਂ ਮਿਲੀ ਸੀ ਕਲੰਕ ਲਾ ਦਿੱਤਾ। ਤੇ ਉਸ ਕਲੰਕ ਦੇ ਕਰਕੇ ਹੁਣ ਇਹਦਾ ਦਿਨੋਂ ਦਿਨੋਂ ਜਿਹੜਾ ਮਾਣ ਤੇ ਸਤਿਕਾਰ ਘਟਦਾ ਗਿਆ। ਵਹੀ ਕਿਲੋ ਪਸੰਦ ਸਿੰਘ ਨੇ ਕੀਓ। ਤੇ ਫਿਰ ਸਿੰਘਾਂ ਨੇ ਕਹਿ ਦਿੱਤਾ ਭਾਈ ਬੁੱਢਾ ਸਿੰਘ ਹੁਣ ਤੈਨੂੰ ਕਿਲਾ ਜਿਹੜਾ ਹੈ ਉਹ ਖਾਲੀ ਕਰਨਾ ਪਵੇਗਾ। ਇਸ ਕਰਕੇ ਸਿੰਘਾਂ ਨੂੰ ਇਹ ਕਿਲਾ ਹੁਣ ਪਸੰਦ ਆ ਗਿਆ। ਸ਼ਹਿਰ ਸ਼ਰਾਬਤਾ ਇੱਕ ਵੱਲ ਜੀਓ। ਕਿਉਂਕਿ ਗੁਰੂ ਕੀ ਸੰਗਤ ਜੀ ਇਹ ਨਾ ਜਿਹੜਾ ਜੱਟਪੁਰਾ ਇਲਾਕਾ ਸੀ ਹੁਣ ਮੁਹੱਲਾ ਵੱਜਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਸਰਹੰਦ ਉੱਜੜ ਜਾਵੇਗੀ, ਤੇ ਹੁਣ ਸਰਹੰਦ ਦੇ ਵਿੱਚ ਗੁਰੂ ਕੇ ਪਿਆਰੇ ਵੀ ਹੈਗੇ ਸਨ। ਤੇ ਉਹਨਾਂ ਪਿਆਰਿਆਂ ਨੇ ਕਿਹਾ ਸੀ ਕਿ ਬਾਬਾ ਤੁਸੀਂ ਕਹਿ ਦਿੱਤਾ ਸਰਹੰਦ ਉੱਜੜ ਜਾਵੇਗੀ, ਤੇ ਜਿਹੜੇ ਤੇਰੇ ਗੁਰਸਿੱਖ ਨੇ ਉਹਨਾਂ ਦਾ ਕੀ ਬਣੇਗਾ? ਤੇ ਉਦੋਂ ਬਾਬਾ ਜੀ ਨੇ ਕਿਹਾ ਸੀ ਕਿ ਤੁਸੀਂ ਉੱਚੀ ਸੰਖ ਜਿਹੜਾ ਹੈ ਵਜਾ ਦਿਓ ਉਸ ਟਾਈਮ ਜਦੋਂ ਸਰਹੰਦ ਉੱਜੜੇਗੀ, ਤੇ ਉਦੋਂ ਤੁਸੀਂ ਜਿਹੜੇ ਇਸ ਤੋਂ ਵੱਖ ਹੋ ਜਾਓਗੇ। ਅੱਜ ਵੀ ਤੁਸੀਂ ਦੇਖੋ ਸਰਹੰਦ ਤੋਂ ਪਾਰ ਵਾਲਾ ਪਾਸਾ ਜਿਹੜਾ ਹੈ ਇਹ ਜੱਟਪੁਰਾ ਮੁਹੱਲਾ ਜਿਹੜਾ ਹੈ ਅੱਜ ਵੀ ਸਰਹੰਦ ਤੋਂ ਵੱਖਰਾ ਹੈ। ਇਸ ਕਰਕੇ ਜਿੱਥੇ ਸਰਹੰਦ ਉਜੜੀ ਉੱਥੇ ਤੇ ਕੱਖ ਨਾ ਰਿਹਾ, ਪਰ ਇਹ ਜੱਟਪੁਰਾ ਮੁਹੱਲਾ ਜਿਹੜਾ ਹੈ ਅੱਜ ਵੀ ਉੱਥੇ ਜਿਹੜਾ ਹੈ ਵਸਦਾ ਪਿਆ ਹੈ। ਇਹ ਗੁਰੂ ਦੇ ਬਚਨ ਹਨ ਕਿ ਇੱਕ ਪਾਸੇ ਸਰਹੰਦ ਉਜੜੇਗੀ, ਦੂਜੇ ਪਾਸੇ ਤੁਸੀਂ ਗੁਰੂ ਕੇ ਸਿੱਖ ਹੋ, ਤੁਸੀਂ ਸੰਖ ਪੂਰੇ ਹੋ, ਤੁਹਾਨੂੰ ਕੁਝ ਨਹੀਂ ਹੋਵੇਗਾ। ਇਹ ਉਸ ਜੱਟਪੁਰੇ ਮੁਹੱਲੇ ਦੇ ਵਿੱਚ ਜਿਹੜਾ ਹੈ ਇਹ ਕਿਲਾ ਸੀ ਜੀ। ਸੁਦੋ ਸਰਹੰਦੋ ਨਾਮ ਨਿਆਰਾ। ਇਸ ਕਰਕੇ ਇਹਦਾ ਜੱਟਪੁਰਾ ਮੁਹੱਲਾ ਨਾਮ ਜਿਹੜਾ ਸੀ ਸਰਹੰਦ ਤੋਂ ਵੱਖਰਾ ਸੀ ਜੀ। ਸ੍ਰੀ ਮੁਖ ਮੂਦੇ ਜੱਟਪੁਰੋ ਉਚਾਰਾ। ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣੇ ਮੁਖ ਤੋਂ ਹੀ ਇਸ ਜੱਟਪੁਰੇ ਮੁਹੱਲੇ ਦਾ ਜਿਹੜਾ ਸੀ ਨਾਮ ਰੱਖਿਆ ਸੀ। ਦੋਰਾ ਲੀਨੇ ਟਕੇ ਨਿਭਾਏ ਜੰਗ ਦਿਓ ਦਿਓ ਠਾਨਣ ਸਿੰਘ ਪਾਏ। ਤੇ ਜਦੋਂ ਫਿਰ ਸਿੰਘਾਂ ਨੂੰ ਇਸ ਘਟਨਾ ਦਾ ਪਤਾ ਲੱਗਾ, ਉਹਨਾਂ ਪਹਿਲਾਂ ਭਾਈ ਬੁੱਢਾ ਸਿੰਘ ਜੀ ਦਾ ਲਾਇਆ ਸੌਦਾ, ਫਿਰ ਉਹਦੇ ਨਾਲ ਜਿਹੜੇ ਕੀਤੇ ਹੋਏ ਸਨ 80,000 ਇੱਕ, 25,000 ਇੱਕ, 1,05,000 ਰੁਪਈਆ ਪਹਿਲਾਂ ਉਹ ਉਹਦੇ ਕੋਲ ਜਿਹੜਾ ਹੈ ਲੈਣਾ ਕੀਤਾ ਹੈ। ਤੇ ਉਹਦੇ ਬਾਅਦ ਸਿੰਘਾਂ ਨੇ ਜਿਹੜਾ ਹੈ ਉਸ ਗੜੀ ਦੇ ਉੱਤੇ ਜਿਹੜਾ ਹੈ ਕਬਜ਼ਾ ਕਰ ਲਿਆ। ਫਿਰ ਬੁੱਢਾ ਸਿੰਘ ਜੋੜ ਹੱਥ ਲੀਨੋ ਸਾਲ ਚੁਕਾਏ। ਤੇ ਉਹਦੇ ਬਾਅਦ ਇਸ ਗੜੀ ਦੇ ਵਿੱਚ ਫਿਰ ਸਿੰਘਾਂ ਨੇ ਆਪਣਾ ਜਿਹੜਾ ਸੀ ਇੱਕ ਥਾਣਾ ਬਣਾ ਲਿਆ, ਆਪਣੀ ਕੋਤਵਾਲੀ ਬਣਾ ਲਈ ਵੀ ਹੁਣ ਸਰਹੰਦ ਦੇ ਲਾਗੋਂ ਆਪਾਂ ਕਈ ਵਾਰ ਰਹਿਣਾ ਵੀ ਹੈ, ਸਰਹੰਦ ਦੇ ਵਿੱਚ ਤੇ ਨਹੀਂ ਰਹਿਣਾ, ਬਾਰ-ਬਾਰ ਰਵਾਂਗੇ, ਇੱਥੇ ਆਪਣੀ ਕੋਤਵਾਲੀ ਬਣਾਵਾਂਗੇ, ਮਾਮਲਾ ਜਿਹੜਾ ਹੈ ਲਾਗੇ ਪਿੰਡਾਂ ਦਾ ਗਰਾਇਆ ਕਰਾਂਗੇ।
ਤੇ ਜਦੋਂ ਹੁਣ ਬੁੱਢਾ ਸਿੰਘ ਜੀ ਦੇ ਨਾਲ ਇੰਨਾ ਕੁਝ ਹੋ ਗਿਆ, ਦਿਨੋਂ ਦਿਨ ਮਾਨ ਸਨਮਾਨ ਘਟਦਾ ਗਿਆ, ਤੇ ਇਹ ਫਿਰ ਪੰਥ ਦੀ ਸ਼ਰਨ ਦੇ ਵਿੱਚ ਆ ਗਿਆ। ਇੱਥੇ ਆ ਕੇ ਇਹਨੇ ਮੰਗੀ ਹੈ ਮਾਫੀ, ਤੇ ਨਾਲ ਕਿਹਾ ਹੈ ਕਿ ਮੈਂ ਸਾਲਾਨਾ ਜਿਹੜਾ ਹੈ ਆਪਣਾ ਜਿਹੜਾ ਮਾਮਲਾ ਹੈ ਉਹ ਦੇਣਾ ਤੁਹਾਨੂੰ ਮੰਨ ਲੈਣਾ ਹਾਂ, ਤੁਸੀਂ ਮੈਨੂੰ ਪੰਥ ਮਾਫ ਕਰ ਦੇਵੋ। ਉਦੋਂ ਫਿਰ ਪੰਥ ਨੇ ਇਹਦੀ ਭੁੱਲ ਜਿਹੜੀ ਸੀ ਬਖਸ਼ਾ ਦਿੱਤੀ ਸੀ, ਤੇ ਗੜੀ ਫਿਰ ਜਿਹੜੀ ਸੀ ਇਹਦੇ ਹਵਾਲੇ ਕਰ ਦਿੱਤੀ। ਪਰ ਹੁਣ ਵੇਚੀ ਨਹੀਂ ਹੈ, ਹੁਣ ਸਾਲਾਨਾ ਜਿਹੜਾ ਮਾਮਲਾ ਹੈ, ਉਗਰਾਹੀ ਜਿਹੜੀ ਹੈ ਉਹ ਇਹਦੇ ਨਾਲ ਲੈਣੀ ਦੇਣੀ ਮੁਕਰਰ ਕੀਤੀ ਹੈ। ਫਿਰ ਉਦੋਂ ਇਹ ਬੁੱਢੇ ਸਿੰਘ ਨੂੰ ਗੜੀ ਜਿਹੜੀ ਸੀ ਕਿਲਾ ਮਿਲ ਗਿਆ। ਇਹਨੂੰ ਬਾਗਾਂ ਵਾਲਾ ਵੀ ਜਿਹੜਾ ਹੈ ਪਿੰਡ ਕਿਹਾ ਜਾਂਦਾ ਹੈ। ਤੇ ਖਾਲਸੇ ਨੇ ਇਸ ਤਰ੍ਹਾਂ ਉਸ ਸਮੇਂ ਉਹ ਪੈਸਾ ਵੀ ਰੱਖ ਲਿਆ, ਤੇ ਗੜੀ ਵੀ ਜਿਹੜੀ ਆਪਣੇ ਕਬਜ਼ੇ ਚੋਂ ਨਾ ਜਾਣ ਦਿੱਤੀ। ਉਸ ਸਮੇਂ ਗੁਰੂ ਕੀ ਸੰਗਤ ਜੀ ਸਿੱਖਾਂ ਨੂੰ ਬੜੇ ਸੁੱਖ ਮਿਲੇ, ਤੇ ਜਿਹੜੇ ਦੁਸ਼ਟ ਸਨ ਉਹਨਾਂ ਨੂੰ ਫਿਰ ਦੁੱਖ ਜਿਹੜੇ ਨੇ ਝੱਲਣੇ ਪਏ ਹਨ। ਤੇ ਫਿਰ ਜਦੋਂ ਸਿੰਘਾਂ ਨੇ ਇਸ ਤਰ੍ਹਾਂ ਸਰਹੰਦ ਨੂੰ ਲੁੱਟ ਲਿਆ, ਤੇ ਉਹਨਾਂ ਨੇ ਫਿਰ ਜਿਹੜਾ ਹੈ ਹੋਰ ਪਾਸੇ ਨੂੰ ਜਿਹੜਾ ਹੈ ਚੱਲਣਾ ਕੀਤਾ ਹੈ। ਫਿਰ ਖਾਲਸਾ ਦੋਨਾਂ ਭਾਗਾਂ ਦੇ ਵਿੱਚ ਕਿਸ ਤਰ੍ਹਾਂ ਵੰਡਿਆ ਗਿਆ। ਇੱਕ 6 ਮਿਸਲਾਂ ਕਿਸੇ ਹੋਰ ਸਾਈਡ ਨੂੰ ਜਾ ਰਹੀਆਂ ਨੇ, 6 ਮਿਸਲਾਂ ਹੋਰ ਕਿਸੇ ਵਹੀਰ ਨੂੰ ਤੁਰ ਰਹੀਆਂ ਨੇ। ਉਹ ਕਿੱਧਰ ਕਿੱਧਰ ਨੂੰ ਜਾ ਰਹੀਆਂ ਨੇ, ਕਿਹੜੀਆਂ ਕਿਹੜੀਆਂ ਮੁਹਿੰਮਾਂ, ਫਿਰ ਇਹ ਮਿਸਲਾਂ ਜਿਹੜੀਆਂ ਨੇ ਇਹ ਪੰਥ ਜਿਹੜਾ ਹੈ ਸਰ ਕਰਦਾ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਕਥਾ ਸਰਵਣ ਕਰਾਂਗੇ ਜੀ। ਭੁੱਲਾਂ ਦੀ ਖਿਮਾ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ।